ਸਵਾਗਤ ਹੈ ਬੱਚੋ ਤੁਹਾਡੇ ਇੱਕ ਵਾਰ ਫਿਰ। ਅੱਜ ਆਪਾਂ ਤੁਹਾਡੇ ਲਈ ਪੰਜਾਬ ਸਟੇਟ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਜੋ PSTSC 2019-20 ਦਾ ਟੈਸਟ ਹੋਇਆ ਸੀ, ਉਸ ਦੇ ਵਿੱਚੋਂ ਆਪਾਂ ਤੁਹਾਡੇ ਲਈ ਸਮਾਜਿਕ ਸਿੱਖਿਆ ਦੇ ਜੋ ਪ੍ਰਸ਼ਨ ਆਏ ਸੀ ਉਹਨਾਂ ਨੂੰ ਹੱਲ ਕਰਾਂਗੇ। ਠੀਕ ਹੈ, ਅਤੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਵੇਖਿਓ। ਹੋ ਸਕਦਾ ਹੈਗਾ ਇਸ ਵਾਰ ਵੀ PSTSC ਦੇ ਵਿੱਚ ਇਹਨਾਂ ਕੁਐਸਚਨਾਂ ਦੇ ਵਿੱਚੋਂ ਕੁਝ ਕੁਐਸਚਨ ਰਿਪੀਟ ਹੋ ਜਾਣ। ਠੀਕ ਹੈ, ਅਤੇ ਤੁਹਾਡੇ ਲਈ ਤਿਆਰੀ ਕਰਨੀ ਜਿਹੜੀ ਉਹ ਸੌਖੀ ਹੋ ਜਾਏਗੀ। ਠੀਕ ਹੈ ਬੇਟਾ, ਆਓ ਆਪਾਂ ਸ਼ੁਰੂ ਕਰੀਏ। ਹਾਂਜੀ ਬੇਟਾ, ਸਮਾਜਿਕ ਵਿਗਿਆਨ ਦਾ ਜੋ ਪਾਰਟ ਹੈ PSTSC ਦੇ ਵਿੱਚ, ਉਹਦੇ ਵਿੱਚ ਤੁਹਾਨੂੰ 30 ਕੁਐਸਚਨ ਹੋਣਗੇ। ਠੀਕ ਹੈ, 30 ਕੁਐਸਚਨ ਹੋਣਗੇ ਜਿਹੜੇ ਕਿ ਚਾਰੇ ਭਾਗਾਂ ਦੇ ਨਾਲ ਸੰਬੰਧਿਤ ਹੋਣਗੇ: ਭੂਗੋਲ, ਇਤਿਹਾਸ, ਨਾਰੀ ਸ਼ਾਸਤਰ ਅਤੇ ਅਰਥ ਸ਼ਾਸਤਰ। ਆਓ ਆਪਾਂ ਸ਼ੁਰੂ ਕਰੀਏ। ਇੱਥੇ ਪ੍ਰਸ਼ਨ ਨੰਬਰ 151। ਹਾਂਜੀ ਬੇਟਾ, ਤਾਂ ਪ੍ਰਸ਼ਨ ਨੰਬਰ 151 ਹੈ, ਉਦਾਸੀਆਂ ਦੌਰਾਨ ਕੁਰੂਕਸ਼ੇਤਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਿੱਥੇ ਗਏ? ਹਾਂਜੀ ਬੇਟਾ, ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਤੋਂ ਬਾਅਦ ਕਿੱਥੇ ਗਏ ਸੀ? ਪਾਣੀਪਤ। ਠੀਕ ਹੈ, ਪਾਣੀਪਤ ਤੋਂ ਬਾਅਦ ਉਹ ਦਿੱਲੀ ਗਏ। ਠੀਕ ਹੈ, ਤਾਂ ਕੁਰੂਕਸ਼ੇਤਰ ਤੋਂ ਬਾਅਦ ਕਿੱਥੇ ਗਏ ਬੇਟਾ? ਪਾਣੀਪਤ। ਹਾਂਜੀ ਬੇਟਾ, ਨੈਕਸਟ ਕੁਐਸਚਨ ਹੈ ਆਪਣਾ, ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਜਦੋਂ ਪਹਿਲਾ ਐਂਗਲੋ ਸਿੱਖ ਯੁੱਧ ਖਤਮ ਹੋਇਆ ਤਾਂ ਉਸ ਤੋਂ ਬਾਅਦ ਭਾਰਤ ਦਾ ਗਵਰਨਰ ਜਨਰਲ ਕੌਣ ਬਣਿਆ ਬੇਟਾ? ਲਾਰਡ ਹਾਰਡਿੰਗ। ਠੀਕ ਹੈ ਜੀ, ਕੌਣ ਬਣਿਆ ਬੇਟਾ? ਲਾਰਡ ਹਾਰਡਿੰਗ। ਹਾਂਜੀ ਬੇਟਾ, ਨੈਕਸਟ ਕੁਐਸਚਨ ਹੈ ਸਾਡਾ, ਗਦਰ ਪਾਰਟੀ ਦਾ ਮੁਖੀ ਕੌਣ ਸੀ? ਹਾਂਜੀ, ਗਦਰ ਪਾਰਟੀ ਦਾ ਮੁਖੀ ਕੌਣ ਸੀ? ਸੋਹਣ ਸਿੰਘ ਭਕਨਾ। ਠੀਕ ਹੈ, ਗਦਰ ਪਾਰਟੀ ਦੀ ਸਥਾਪਨਾ ਹੋਈ ਸੀ ਬੇਟਾ 1 ਨਵੰਬਰ 1913। ਠੀਕ ਹੈ ਜੀ, 1 ਨਵੰਬਰ 1913 ਦੇ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ ਅਤੇ ਇਹਦਾ ਮੁਖੀ ਕੌਣ ਸੀ? ਸੋਹਣ ਸਿੰਘ ਭਕਨਾ। ਪ੍ਰਸ਼ਨ ਨੰਬਰ 154, ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਕਿੱਥੇ ਭੇਜਿਆ ਗਿਆ? ਹਾਂਜੀ, ਜਦੋਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ 29 ਮਾਰਚ 1849, ਤਾਂ ਇਸ ਤੋਂ ਬਾਅਦ ਜਿਹੜਾ ਮਹਾਰਾਜਾ ਦਲੀਪ ਸਿੰਘ ਸੀ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ, ਤਾਂ ਉਸ ਨੂੰ ਕਿੱਥੇ ਭੇਜ ਦਿੱਤਾ ਗਿਆ ਸੀ ਬੇਟਾ? ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਸੀ। ਠੀਕ ਹੈ ਜੀ। ਹਾਂਜੀ ਬੇਟਾ, ਨੈਕਸਟ ਪ੍ਰਸ਼ਨ ਹੈ ਸਾਡਾ, ਗੁਰੂ ਹਰ ਰਾਏ ਜੀ ਦੇ ਪਿਤਾ ਦਾ ਕੀ ਨਾਮ ਸੀ? ਹਾਂਜੀ, ਜਿਹੜੇ ਗੁਰੂ ਹਰ ਰਾਏ ਸੀ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਬੇਟਾ? ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ। ਠੀਕ ਹੈ, ਅਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਸੀ ਨਿਹਾਲ ਕੌਰ। ਠੀਕ ਹੈ ਬੇਟਾ, ਕੀ ਨਾਮ ਸੀ? ਨਿਹਾਲ ਕੌਰ। ਠੀਕ ਹੈ, ਅਤੇ ਜਿਹੜੇ ਬਾਬਾ ਗੁਰਦਿੱਤਾ ਜੀ ਸੀ, ਇਹ ਜਿਹੜੇ 6ਵੇਂ ਗੁਰੂ ਸੀ ਹਰਗੋਬਿੰਦ ਸਾਹਿਬ, ਉਹਨਾਂ ਦੇ ਪੁੱਤਰ ਸੀ। ਠੀਕ ਹੈ, ਇਸ ਕਰਕੇ ਤੁਹਾਨੂੰ ਜੇਕਰ ਐਵੇਂ ਰਿਲੇਸ਼ਨ ਪਤਾ ਨਾ, ਇੱਕ ਦੂਜੇ ਨਾਲ ਜੋੜ ਕੇ ਆਪਾਂ ਇਹਨੂੰ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਹਾਂਗੇ। ਠੀਕ ਹੈ ਬੇਟਾ, ਤਾਂ ਗੁਰੂ ਹਰ ਰਾਏ ਜੀ ਦੇ ਪਿਤਾ ਜੀ ਕੌਣ ਸੀ? ਬਾਬਾ ਗੁਰਦਿੱਤਾ ਜੀ। ਇਹਨਾਂ ਦੀ ਮਾਤਾ ਜੀ ਦਾ ਨਾਮ ਨਿਹਾਲ ਕੌਰ। ਹਾਂਜੀ ਬੇਟਾ, ਪ੍ਰਸ਼ਨ ਨੰਬਰ 156, ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਹਨ? ਹਾਂਜੀ, ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਹੈਗੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਬੇਟਾ? 907। ਠੀਕ ਹੈ, ਕਿੰਨੇ ਸ਼ਬਦ ਨੇ ਬੇਟਾ ਗੁਰੂ ਅਮਰਦਾਸ ਜੀ ਦੇ? 907। ਜੇਕਰ ਆਪਾਂ ਗੁਰੂ ਅੰਗਦ ਦੇਵ ਜੀ ਦੀ ਗੱਲ ਕਰੀਏ ਬੇਟਾ, ਤਾਂ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਹੈਗੇ ਵੀ? 62। ਠੀਕ ਹੈ, ਜੇਕਰ ਤੀਸਰੇ ਗੁਰੂ ਦੀ ਗੱਲ ਕਰੀਏ ਅਮਰਦਾਸ ਜੀ, ਉਹਨਾਂ ਦੇ 907। ਚੌਥੇ ਗੁਰੂ ਸਾਹਿਬ ਦੀ ਗੱਲ ਕਰੀਏ ਰਾਮਦਾਸ ਜੀ ਦੀ, ਠੀਕ ਹੈ, ਤਾਂ ਉਹਨਾਂ ਦੇ ਕਿੰਨੇ ਸ਼ਬਦ ਨੇ ਬੇਟਾ? ਗੁਰੂ ਰਾਮਦਾਸ ਜੀ ਦੇ 679। ਠੀਕ ਹੈ, 679। ਠੀਕ ਹੈ, ਇਸ ਤਰੀਕੇ ਨਾਲ ਆਪਾਂ ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਸ਼ਬਦ ਨੇ ਬੇਟਾ? 2216, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਠੀਕ ਹੈ ਬੇਟਾ, ਤਾਂ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ? 907। ਪ੍ਰਸ਼ਨ ਨੰਬਰ 157, ਬਹਿਲੋਲ ਲੋਧੀ ਤੋਂ ਬਾਅਦ ਸੁਲਤਾਨ ਕੌਣ ਬਣਿਆ? ਠੀਕ ਹੈ, ਲੋਧੀ ਵੰਸ਼ ਦਾ ਬਹਿਲੋਲ ਲੋਧੀ ਸੀ ਜਿਹੜਾ, ਇਹ ਮੋਢੀ ਸੀ ਵੀ ਹੈ ਨਾ, ਲੋਧੀ ਵੰਸ਼ ਦਾ ਮੋਢੀ ਕੌਣ ਸੀ? ਬਹਿਲੋਲ ਖਾਂ ਲੋਧੀ। ਤਾਂ ਬਹਿਲੋਲ ਖਾਂ ਲੋਧੀ ਤੋਂ ਬਾਅਦ ਉਹਦਾ ਅਗਲਾ ਸ਼ਾਸਕ ਕੌਣ ਬਣਿਆ ਸੀ? ਸਿਕੰਦਰ ਲੋਧੀ। ਠੀਕ ਹੈ, ਇਹ ਬਹਿਲੋਲ ਖਾਂ ਲੋਧੀ ਦਾ ਪੁੱਤਰ ਸੀ। ਸਿਕੰਦਰ ਲੋਧੀ ਤੋਂ ਬਾਅਦ ਲੋਧੀ ਵੰਸ਼ ਦਾ ਆਖਰੀ ਸ਼ਾਸਕ ਬਣਿਆ ਸੀ ਇਬਰਾਹਿਮ ਲੋਧੀ। ਠੀਕ ਹੈ, ਤਾਂ ਬਹਿਲੋਲ ਖਾਂ ਲੋਧੀ ਤੋਂ ਬਾਅਦ ਸਿਕੰਦਰ ਲੋਧੀ, ਸਿਕੰਦਰ ਲੋਧੀ ਤੋਂ ਬਾਅਦ ਇਬਰਾਹਿਮ
हाँ जी बेटा, अपना अगला प्रश्न है दिल्ली ਨੂੰ ਭਾਰਤ ਦੀ ਰਾਜਧਾਨੀ ਕਿਸ ਨੇ ਬਣਾਇਆ। ਹਾਂਜੀ, ਤਾਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਜਿਹੜਾ ਜਾਰਜ ਪੰਜਵਾਂ ਸੀ ਨਾ, ਇੰਗਲੈਂਡ ਦਾ ਬਾਦਸ਼ਾਹ ਜਾਰਜ 5th, ਉਸ ਨੇ ਘੋਸ਼ਿਤ ਕੀਤਾ ਸੀ ਜਦੋਂ ਉਹ 1911 ਦੇ ਵਿੱਚ, ਠੀਕ ਹੈ, ਭਾਰਤ ਦੇ ਵਿੱਚ ਆਇਆ ਸੀ। ਦਿੱਲੀ ਦਰਬਾਰ ਸਜਾਇਆ ਗਿਆ ਸੀ, ਤਾਂ ਉਸ ਸਮੇਂ ਜਾਰਜ ਪੰਜਵੇਂ ਨੇ ਘੋਸ਼ਣਾ ਕੀਤੀ ਸੀ ਵੀ ਜਿਹੜੀ ਦਿੱਲੀ ਹੈਗੀ ਹੁਣ ਭਾਰਤ ਦੀ ਰਾਜਧਾਨੀ ਹੋਏਗੀ। ਪਹਿਲਾਂ ਭਾਰਤ ਦੀ ਰਾਜਧਾਨੀ ਕਲਕੱਤਾ ਸੀ, ਤਾਂ 1911 ਤੋਂ ਬਾਅਦ ਦਿੱਲੀ ਬਣ ਗਈ। ਤਾਂ ਉਸ ਸਮੇਂ ਭਾਰਤ ਦਾ ਗਵਰਨਰ ਕੌਣ ਸੀ ਬੇਟਾ, ਠੀਕ ਹੈ, ਲਾਰਡ ਹਾਰਡਿੰਗ। ਹਾਂਜੀ ਬੇਟਾ, ਪ੍ਰਸ਼ਨ ਨੰਬਰ 159, ਕਿਸ ਕਿਸਮ ਦੀ ਮਿੱਟੀ ਨੂੰ ਚਾਹ ਦੀ ਮਿੱਟੀ ਵੀ ਕਿਹਾ ਜਾਂਦਾ ਹੈਗਾ। ਹਾਂਜੀ ਬੇਟਾ, ਕਿਹੜੀ ਕਿਸਮ ਦੀ ਮਿੱਟੀ ਹੁੰਦੀ ਇਹਨੂੰ ਚਾਹ ਦੀ ਮਿੱਟੀ ਕਿਹਾ ਜਾਂਦਾ ਹੈਗਾ, ਪਰਬਤੀ ਮਿੱਟੀ। ਠੀਕ ਹੈ, ਭਾਰਤ ਵਿੱਚ ਸਭ ਤੋਂ ਵੱਧ ਚਾਹ ਕਿੱਥੇ ਪੈਦਾ ਹੁੰਦੀ ਹੈ ਵੀ, ਅਸਾਮ ਦੇ ਵਿੱਚ। ਠੀਕ ਹੈ, ਪ੍ਰਸ਼ਨ ਨੰਬਰ 160, ਥਾਰ ਮਾਰੂਥਲ ਕਿਸ ਮਹਾਂਦੀਪ ਵਿੱਚ ਸਥਿਤ ਹੈ। ਹਾਂਜੀ ਬੇਟਾ, ਜਿਹੜਾ ਥਾਰ ਦਾ ਮਾਰੂਥਲ ਹੈ ਕਿੱਥੇ ਸਥਿਤ ਹੈਗਾ, ਉਹ ਏਸ਼ੀਆ ਮਹਾਂਦੀਪ ਦੇ ਵਿੱਚ ਹੈ ਨਾ। ਰਾਜਸਥਾਨ ਵਾਲੀ ਸਾਈਡ 'ਤੇ ਜੋ ਭਾਰਤ ਦੇ ਵਿੱਚ ਥਾਰ ਮਾਰੂਥਲ ਹੈਗਾ ਉਹ ਕਿਸ ਮਹਾਂਦੀਪ ਦਾ ਹਿੱਸਾ ਹੈਗਾ, ਏਸ਼ੀਆ ਮਹਾਂਦੀਪ ਦਾ। ਪ੍ਰਸ਼ਨ ਨੰਬਰ 161, ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਰਾਜ ਦੀ ਜਨਸੰਖਿਆ ਕਿੰਨੀ ਹੈ। ਹਾਂਜੀ ਬੇਟਾ, 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਰਾਜ ਦੀ ਜਨਸੰਖਿਆ ਕਿੰਨੀ ਹੈ, 2.77 ਕਰੋੜ। ਠੀਕ ਹੈ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਸੌਖੇ ਸ਼ਬਦਾਂ ਵਿੱਚ ਕਹਿੰਦੇ ਨੇ 3.25 ਕਰੋੜ, 2.77 ਕਰੋੜ। ਹਾਂਜੀ ਬੇਟਾ, ਪ੍ਰਸ਼ਨ ਨੰਬਰ 162, ਮਾਨਸੂਨ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈਗਾ। ਜੋ ਸ਼ਬਦ ਹੈ ਮਾਨਸੂਨ, ਉਹ ਕਿਸ ਭਾਸ਼ਾ ਦਾ ਸ਼ਬਦ ਹੈਗਾ। ਹਾਂਜੀ ਬੇਟਾ, ਕਿਸ ਭਾਸ਼ਾ ਦਾ ਸ਼ਬਦ ਹੈਗਾ, ਅਰਬੀ ਭਾਸ਼ਾ ਦਾ ਸ਼ਬਦ ਹੈ। ਠੀਕ ਹੈ, ਅਰਬੀ ਭਾਸ਼ਾ ਦਾ ਸ਼ਬਦ ਹੈਗਾ ਮੌਸਮ ਨਾ। ਠੀਕ ਹੈ, ਉਸ ਤੋਂ ਲਿਆ ਗਿਆ ਹੈਗਾ। ਹਾਂਜੀ ਬੇਟਾ, 163 ਨੰਬਰ ਪ੍ਰਸ਼ਨ, ਕਾਜ਼ੀਰੰਗਾ ਸੈਂਚੁਰੀ ਜੰਗਲੀ ਜੀਵਨ ਲਈ ਸੁਰੱਖਿਅਤ ਖੇਤਰ ਕਿਹੜੇ ਰਾਜ ਵਿੱਚ ਸਥਿਤ ਹੈ। ਹਾਂਜੀ ਬੇਟਾ, ਜਿਹੜਾ ਕਾਜ਼ੀਰੰਗਾ ਸੈਂਚੁਰੀ ਹੈਗਾ, ਠੀਕ ਹੈ, ਇਹ ਕਿੱਥੇ ਹੈਗਾ, ਅਸਾਮ ਦੇ ਵਿੱਚ। ਠੀਕ ਹੈ ਬੇਟਾ, ਇਹ ਬਹੁਤ ਇੰਪੋਰਟੈਂਟ ਹੈਗਾ, ਧਿਆਨ ਰੱਖਿਓ ਇਹਦਾ। ਨੈਕਸਟ ਹੈ ਬੇਟਾ 164 ਨੰਬਰ ਪ੍ਰਸ਼ਨ ਆਪਣਾ, ਭਾਰਤੀ ਜਨਗਣਨਾ ਅਨੁਸਾਰ ਕਿਹੜੇ ਰਾਜ ਦਾ ਲਿੰਗ ਅਨੁਪਾਤ ਜ਼ਿਆਦਾ ਹੈਗਾ। ਦੇਖੋ ਬੇਟਾ, ਕਿਹਦਾ ਲਿੰਗ ਅਨੁਪਾਤ ਜ਼ਿਆਦਾ ਸੀ, ਕੇਰਲਾ ਦਾ, ਹੈ ਨਾ। ਕਹਿੰਦੇ ਵੀ ਇੱਥੇ 1000 ਮਰਦਾਂ ਦੇ ਪਿੱਛੇ ਕਿੰਨੀਆਂ ਔਰਤਾਂ ਨੇ, 1054, 1054। ਠੀਕ ਹੈ, ਕੇਰਲਾ ਦਾ ਲਿੰਗ ਅਨੁਪਾਤ ਜ਼ਿਆਦਾ ਹੈਗਾ ਅਤੇ ਘੱਟ ਕਿਹਦਾ ਹੈਗਾ ਬੇਟਾ, ਹਰਿਆਣਾ ਦਾ। ਜ਼ਿਆਦਾ ਕੇਰਲਾ ਦਾ ਅਤੇ ਘੱਟ ਹਰਿਆਣਾ ਦਾ, ਅਤੇ ਇਸ ਲਈ ਆਪਸ਼ਨ ਸਾਡੀ ਆਪਸ਼ਨ 3rd ਸਹੀ ਹੈਗੀ। ਪ੍ਰਸ਼ਨ ਨੰਬਰ 165, ਗੰਗਾ ਨਦੀ ਦੀ ਕੁੱਲ ਲੰਬਾਈ ਕਿਲੋਮੀਟਰਾਂ ਵਿੱਚ ਕਿੰਨੀ ਹੈ। ਹਾਂਜੀ ਬੇਟਾ, ਗੰਗਾ ਨਦੀ ਦੀ ਲੰਬਾਈ ਕਿਲੋਮੀਟਰਾਂ ਵਿੱਚ ਕਿੰਨੀ ਹੈ, 2525 ਕਿਲੋਮੀਟਰ। ਠੀਕ ਹੈ, ਅਤੇ ਇਹ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ ਵੀ, ਜਿਹੜੀ ਭਾਰਤ ਦੇ ਵਿੱਚ ਆਪਣਾ ਦੂਰੀ ਤੈਅ ਕਰਦੀ ਹੈ, ਲੰਮਾ ਸਫ਼ਰ ਤੈਅ ਕਰਦੀ ਹੈ, ਤਾਂ ਉਹ ਕਿਹੜੀ ਨਦੀ ਹੈਗੀ, ਗੰਗਾ। ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ, ਲੰਬਾਈ ਕਿੰਨੀ ਹੈ, 2525 ਕਿਲੋਮੀਟਰ। ਹਾਂਜੀ ਬੇਟਾ, ਪ੍ਰਸ਼ਨ ਨੰਬਰ 166, ਧਰਤੀ ਦੇ ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ 'ਤੇ ਉੱਪਰਲੇ ਵਾਯੂਮੰਡਲ ਵਿੱਚ ਬਹੁਤ ਤੇਜ਼ ਗਤੀ ਨਾਲ ਚੱਲ ਰਹੀਆਂ ਪੌਣਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਜੇ ਧਰਤੀ ਤੋਂ 3 ਕਿਲੋਮੀਟਰ ਉੱਪਰ ਚੱਲਦੀਆਂ ਨੇ ਉਹਨਾਂ ਪੌਣਾਂ ਨੂੰ ਕੀ ਕਹਿੰਦਾ ਬੇਟਾ, ਜੈਟ ਸਟਰੀਮ। ਪ੍ਰਸ਼ਨ ਨੰਬਰ 167, 42ਵੀਂ ਸੋਧ ਰਾਹੀਂ ਭਾਰਤੀ ਸੰਵਿਧਾਨ ਵਿੱਚ ਅੰਕਿਤ 4A ਭਾਗ ਕਿਸ ਨਾਲ ਸੰਬੰਧਿਤ ਹੈ। ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਬੇਟਾ 42ਵੀਂ ਸੋਧ ਕਦੋਂ ਹੋਈ ਸੀ, 1976 ਦੇ ਵਿੱਚ। ਠੀਕ ਹੈ, ਇਸ ਨੂੰ ਮਿਨੀ ਸੰਵਿਧਾਨ ਵੀ ਕਿਹਾ ਜਾਂਦਾ ਹੈਗਾ। ਠੀਕ ਹੈ, ਤਾਂ ਇਸ ਸੋਧ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਭਾਗ 4 ਸੀ ਜਿਹੜਾ, ਉਹਦੇ ਵਿੱਚ A ਜੋੜਿਆ ਗਿਆ, 4A ਬਣਾ ਦਿੱਤਾ ਗਿਆ। ਤਾਂ ਉਹਦੇ ਵਿੱਚ ਕੀ ਸ਼ਾਮਿਲ ਕੀਤਾ ਗਿਆ ਸੀ ਬੇਟਾ, 4A ਦੇ ਵਿੱਚ ਮੌਲਿਕ ਕਰਤੱਵ, ਫੰਡਾਮੈਂਟਲ ਡਿਊਟੀਜ਼, ਜਿਹੜੀਆਂ ਕਿ ਅਸੀਂ USSR ਦੇ ਸੰਵਿਧਾਨ ਤੋਂ ਲਈਆਂ ਸੀ। ਠੀਕ ਹੈ, ਭਾਗ 4A ਦੇ ਵਿੱਚ ਕੀ ਜੋੜਿਆ ਗਿਆ ਬੇਟਾ, ਮੌਲਿਕ ਕਰਤੱਵ, ਫੰਡਾਮੈਂਟਲ ਡਿਊਟੀਜ਼। ਪ੍ਰਸ਼ਨ ਨੰਬਰ 168, ਲੋਕ ਸਭਾ ਚੋਣਾਂ ਵਿੱਚ ਕਿਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚੋਂ ਸਭ ਤੋਂ ਵੱਧ ਮੈਂਬਰ ਚੁਣੇ ਜਾਂਦੇ ਹੈਗੇ। ਹਾਂਜੀ ਬੇਟਾ, ਦਾ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਦੇਖੋ ਦਿੱਲੀ, ਚੰਡੀਗੜ੍ਹ, ਪਾਂਡੇਚੇਰੀ, ਲਕਸ਼ਦੀਪ। ਤਾਂ ਕਿਹੜਾ ਆ ਜਾਏਗਾ ਬੇਟਾ, ਦਿੱਲੀ ਆ ਜਾਏਗਾ। ਦਿੱਲੀ ਦੇ ਵਿੱਚੋਂ 7 ਸੀਟਾਂ ਨੇ ਜਿਹੜੀਆਂ ਉਹ ਚੁਣੀਆਂ ਜਾਂਦੀਆਂ ਨੇ। ਪ੍ਰਸ਼ਨ ਨੰਬਰ 169, ਹੇਠ ਲਿਖਿਆਂ ਵਿੱਚੋਂ ਕਿਸ ਰਾਜ ਵਿੱਚ 2 ਸਦਨੀ ਵਿਧਾਨ ਪਾਲਿਕਾ ਨਹੀਂ ਹੈ। ਹਾਂਜੀ ਬੇਟਾ, ਦੇਖੋ ਧਿਆਨ ਦਿਓ,
ਬਿਹਾਰ ਦੇ ਵਿੱਚ ਵੀ ਵਿਧਾਨ ਦੋ ਸਦਨੀ ਵਿਧਾਨ ਪਾਲਿਕਾ ਹੈ ਨਾ, ਉੱਥੇ ਵਿਧਾਨ ਸਭਾ ਵੀ ਹੈ, ਵਿਧਾਨ ਪਰਿਸ਼ਦ ਵੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੈ, ਮਹਾਰਾਸ਼ਟਰ ਦੇ ਵਿੱਚ ਵੀ ਦੋ ਸਦਨੀ ਵਿਧਾਨ ਪਾਲਿਕਾ ਹੈ। ਬਟ ਜਿਹੜਾ ਰਾਜਸਥਾਨ ਹੈ ਬੇਟਾ, ਇੱਥੇ ਸਿਰਫ ਵਿਧਾਨ ਸਭਾ ਹੈਗੀ, ਵਿਧਾਨ ਪਰਿਸ਼ਦ ਨਹੀਂ ਹੈ। ਤਾਂ ਇਹਦੇ ਲਈ ਸਾਡੀ ਆਪਸ਼ਨ ਜਿਹੜੀ 4th ਹੈਗੀ ਉਹ ਆ ਜਾਏਗੀ। ਕੁਐਸਚਨ ਨੰਬਰ 170, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਦਲ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੋਂਦ ਦੇ ਵਿੱਚ ਆਇਆਗਾ? ਹਾਂਜੀ ਬੇਟਾ, ਉਹ ਕਿਹੜਾ ਰਾਜਨੀਤਿਕ ਦਲ ਹੈਗਾ ਜਿਹੜਾ ਆਜ਼ਾਦੀ ਤੋਂ ਬਾਅਦ ਹੋਂਦ ਦੇ ਵਿੱਚ ਆਏਗਾ ਬੇਟਾ? ਉਹ ਹੈਗਾ ਹਿੰਦੂ ਮਹਾਸਭਾ। ਠੀਕ ਹੈ ਜੀ, ਇਹ ਆਜ਼ਾਦੀ ਤੋਂ ਬਾਅਦ ਹੋਂਦ ਦੇ ਵਿੱਚ ਆਏਗਾ। ਪ੍ਰਸ਼ਨ ਨੰਬਰ 171 ਬੇਟਾ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਨਹੀਂ ਹੈ? ਠੀਕ ਹੈ, ਸੁਰੱਖਿਆ ਪਰਿਸ਼ਦ ਹੈ ਜਿਹੜੀ, ਉਸ ਦਾ ਪਰਮਾਨੈਂਟ ਮੈਂਬਰ ਨਹੀਂ ਹੈ। ਤਾਂ ਦੇਖੋ, ਰੂਸ ਹੈ, ਚੀਨ ਇਹ ਵੀ ਹੈ, ਫਰਾਂਸ ਇਹ ਵੀ ਹੈ, ਬਟ ਜਿਹੜਾ ਜਰਮਨੀ ਹੈ ਬੇਟਾ ਉਹ ਨਹੀਂ ਹੈ। ਦੋ ਦੇਸ਼ ਕਿਹੜੇ ਕਿਹੜੇ ਰਹਿ ਗਏ? 5 ਮੈਂਬਰ ਨੇ ਨਾ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ। ਦੇਖੋ, ਰੂਸ, ਚੀਨ, ਫਰਾਂਸ, ਇੰਗਲੈਂਡ ਜਾਂ ਬ੍ਰਿਟੇਨ ਕਹਿ ਸਕਦੇ ਆਪਾਂ, ਅਤੇ 5ਵਾਂ USA, ਸੰਯੁਕਤ ਰਾਜ ਅਮਰੀਕਾ। ਤਾਂ ਇਹਨਾਂ ਦੇ ਵਿੱਚੋਂ ਬੇਟਾ ਕਿਹੜਾ ਨਹੀਂ ਹੈ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ? ਉਹ ਹੈਗਾ ਜਰਮਨੀ। ਪ੍ਰਸ਼ਨ ਨੰਬਰ 72, 1945 ਵਿੱਚ ਕਿਹੜੀ ਜਗ੍ਹਾ 'ਤੇ 51 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੰਘ ਦਾ ਚਾਰਟਰ ਪ੍ਰਵਾਨ ਕੀਤਾ? ਹਾਂਜੀ ਬੇਟਾ, ਜਦੋਂ 51 ਦੇਸ਼ ਸ਼ਾਮਿਲ ਸੀ ਤਾਂ ਉੱਥੇ ਸੰਯੁਕਤ ਰਾਸ਼ਟਰ ਦਾ ਜਿਹੜਾ ਚਾਰਟਰ ਸੀ ਉਹਨੂੰ ਪਾਸ ਕੀਤਾ ਗਿਆ। ਤਾਂ ਕਿਹੜਾ ਸਥਾਨ ਸੀ ਬੇਟਾ? ਉਹ ਸੀ ਸਾਨ ਫਰਾਂਸਿਸਕੋ। ਠੀਕ ਹੈ, ਇੱਥੇ ਯਾਦ ਰੱਖਿਓ ਬੇਟਾ, ਜਿਹੜਾ 51 ਮੁੱਢਲੇ ਦੇਸ਼ ਮੈਂਬਰ ਨੇ ਨਾ, ਇਹਨਾਂ ਦਾ ਉਸ ਸਮੇਂ ਭਾਰਤ ਵੀ ਮੈਂਬਰ ਸੀ। ਭਾਰਤ ਇਹਨਾਂ 51 ਦੇਸ਼ਾਂ ਦੇ ਵਿੱਚ ਸੀ। ਹੁਣ ਜੇਕਰ ਤੁਹਾਨੂੰ ਪੁੱਛਿਆ ਜਾਵੇ ਤਾਂ UNO ਦੇ ਸੰਯੁਕਤ ਰਾਸ਼ਟਰ ਸੰਘ ਦੇ ਕਿੰਨੇ ਮੈਂਬਰ ਹੈਗੇ? 193। ਸ਼ੁਰੂ ਦੇ ਵਿੱਚ ਕਿੰਨੇ ਸੀ? 51। ਹੁਣ ਕਿੰਨੇ ਨੇ? 193। ਪ੍ਰਸ਼ਨ ਨੰਬਰ 173, ਹੇਠ ਲਿਖਿਆਂ ਵਿੱਚ ਕਿਹੜੀ ਵਿਸ਼ੇਸ਼ਤਾ ਭਾਰਤੀ ਵਿਦੇਸ਼ ਨੀਤੀ ਦੀ ਨਹੀਂ ਹੈ? ਠੀਕ ਹੈ, ਨਹੀਂ ਹੈ। ਨਸਲਵਾਦ ਦਾ ਵਿਰੋਧ ਭਾਰਤ ਹਮੇਸ਼ਾ ਕਰਦਾ ਰਹੇਗਾ। ਸੰਯੁਕਤ ਰਾਸ਼ਟਰ ਦੇ ਵਿੱਚ ਵਿਸ਼ਵਾਸ ਭਾਰਤ ਦਾ ਰਿਹਾਗਾ। ਗੁੱਟ ਨਿਰਲੇਪਤਾ ਦੀ ਨੀਤੀ ਵੀ ਭਾਰਤ ਦੀ ਨੀਤੀ ਹੈਗੀ। ਬਟ ਜੋ ਤੀਸਰਾ ਹੈਗਾ ਬੇਟਾ, ਉਹ ਭਾਰਤੀ ਵਿਦੇਸ਼ ਨੀਤੀ ਨਹੀਂ ਹੈ, ਪਰਮਾਣੂ ਹਥਿਆਰਾਂ ਦੀ ਦੁਰਵਰਤੋਂ। ਤਾਂ ਇਹਦੇ ਲਈ ਬੇਟਾ ਕਿਹੜੀ ਆਪਸ਼ਨ ਆ ਜਾਏਗੀ? ਸਾਡੀ 3rd, ਪਰਮਾਣੂ ਹਥਿਆਰਾਂ ਦੀ ਦੁਰਵਰਤੋਂ। ਪ੍ਰਸ਼ਨ ਨੰਬਰ 174, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਚੋਣ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ? ਠੀਕ ਹੈ, ਚੋਣ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ। ਦੇਖੋ, ਨਾਮਜ਼ਦਗੀ ਫਾਰਮ ਭਰਨਾ ਹੈ, ਵੋਟਾਂ ਦੀ ਪੋਲਿੰਗ ਇਹ ਵੀ ਹੈ, ਚੋਣ ਨਤੀਜੇ ਘੋਸ਼ਿਤ ਕਰਨਾ ਇਹ ਵੀ ਹੈ। ਬਟ ਜੋ ਪਹਿਲਾ ਹੈ ਬੇਟਾ, ਇਹ ਚੋਣ ਕਮਿਸ਼ਨ ਦਾ ਕੰਮ ਤਾਂ ਹੈ, ਬਟ ਚੋਣ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ। ਤਾਂ ਇਹਦੇ ਲਈ ਸਾਡੀ ਜਿਹੜੀ ਫਸਟ ਆਪਸ਼ਨ ਹੈਗੀ ਉਹ ਸਹੀ ਆ ਜਾਏਗੀ, ਰਾਜਨੀਤਿਕ ਦਲਾਂ ਦੀ ਰਜਿਸਟ੍ਰੇਸ਼ਨ। ਪ੍ਰਸ਼ਨ ਨੰਬਰ 175 ਬੇਟਾ, ਭੁਗਤਾਨ ਬਾਕੀ ਦਾ ਚਾਲੂ ਖਾਤਾ ਹੇਠਾਂ ਵਿੱਚੋਂ ਕਿਹੜੀਆਂ ਮਦਾਂ ਨੂੰ ਸ਼ਾਮਿਲ ਕਰਦਾ ਹੈ? ਹਾਂਜੀ, ਦ੍ਰਿਸ਼ ਮਦਾਂ ਸ਼ਾਮਿਲ ਹੁੰਦੀਆਂ ਨੇ, ਅਦ੍ਰਿਸ਼ ਮਦਾਂ ਇਹ ਵੀ ਸ਼ਾਮਿਲ ਹੁੰਦੀਆਂ ਨੇ, ਯਾਨੀ ਕਿ ਤੀਸਰੀ ਆਪਸ਼ਨ ਸਾਡੀ ਇਹਦੇ ਲਈ ਸਹੀ ਆ ਜਾਏਗੀ, ਦ੍ਰਿਸ਼ ਅਤੇ ਆਦ੍ਰਿਸ਼ ਮਦਾਂ। ਪ੍ਰਸ਼ਨ ਨੰਬਰ 176, ਜੇ ਅਰਥ ਵਿਵਸਥਾ ਵਿੱਚ ਆਮਦਨ ਪੱਧਰ 1000 ਕਰੋੜ ਰੁਪਏ, ਉਪਭੋਗ ਪੱਧਰ 600 ਕਰੋੜ ਹੋਵੇ ਤਾਂ ਔਸਤ ਬਚਤ ਪ੍ਰਵਿਰਤੀ ਦਾ ਮੁੱਲ ਕਿੰਨਾ ਹੋਵੇਗਾ? ਹਾਂਜੀ ਬੇਟਾ, ਇੱਥੇ ਥੋੜ੍ਹਾ ਧਿਆਨ ਦਿਓ। ਇਹਨਾਂ ਨੇ ਕਿਹਾ ਔਸਤ ਬਚਤ ਪ੍ਰਵਿਰਤੀ। ਤਾਂ ਔਸਤ ਬਚਤ ਪ੍ਰਵਿਰਤੀ ਦਾ ਫਾਰਮੂਲਾ ਕੀ ਹੁੰਦਾ ਹੈਗਾ? ਬਚਤ ਵਟੇ ਆਮਦਨ, ਹੈ ਨਾ। ਦੇਖੋ, ਤਾਂ ਬਚਤ ਕਿੰਨੀ ਹੈ? 1000 ਦੇ ਵਿੱਚੋਂ 600 ਕਰੋੜ ਘਟਾਇਆ ਤਾਂ ਸਾਡੇ ਕੋਲ ਬਚਤ ਕਿੰਨੀ ਬਚ ਗਈ ਬੇਟਾ? 400 ਕਰੋੜ। ਅਤੇ ਸਾਡੀ ਆਮਦਨ ਕਿੰਨੀ ਸੀ? 1000 ਕਰੋੜ। ਦੇਖੋ, 2 ਜ਼ੀਰੋ ਨਾਲ 2 ਜ਼ੀਰੋ ਕੱਟ ਹੋ ਗਈਆਂ। ਕਿੰਨੀ ਫਿਗਰ ਬਚ ਗਈ ਸਾਡੇ ਕੋਲ? 4/10, ਯਾਨੀ ਕਿ 0.4%, ਹੈ ਨਾ। ਤਾਂ ਇਹਦੇ ਲਈ ਸਾਡੀ ਕਿਹੜੀ ਆਪਸ਼ਨ ਸੀ ਆ ਜਾਏਗੀ ਬੇਟਾ? 4th ਆਪਸ਼ਨ ਇਹਦੇ ਲਈ ਸਹੀ ਹੈ। ਕੁਐਸਚਨ ਨੰਬਰ 177, ਮੁਦਰਾ ਸਫੀਤੀ ਡੈਸ਼ ਵਿੱਚ ਹੋਣ ਵਾਲਾ ਲਗਾਤਾਰ ਵਾਧਾ ਹੈ। ਹਾਂਜੀ ਬੇਟਾ, ਮੁਦਰਾ ਸਫੀਤੀ ਕਿਹਦੇ ਵਿੱਚ ਲਗਾਤਾਰ ਵਾਧਾ ਹੁੰਦਾ ਹੈਗਾ? ਕੀਮਤਾਂ ਦੇ ਵਿੱਚ। ਠੀਕ ਹੈ, ਤਾਂ ਇਹਦੇ ਲਈ ਸਾਡੀ ਫਸਟ ਆਪਸ਼ਨ ਕਰੈਕਟ ਹੈ। ਪ੍ਰਸ਼ਨ ਨੰਬਰ 178, ਵਿਦੇਸ਼ੀ ਵਪਾਰ ਆਰਥਿਕ ਵਿਕਾਸ ਦਾ ਇੰਜਣ ਹੈ, ਇਹ ਕਥਨ ਕਿਸ ਦਾ ਹੈ? ਵਿਦੇਸ਼ੀ ਵਪਾਰ ਆਰਥਿਕ ਵਿਕਾਸ ਦਾ ਇੰਜਣ ਹੈ, ਇਹ ਕਿਹਨੇ ਕਿਹਾ ਸੀ ਬੇਟਾ? ਇਹ ਕਿਹਾ ਸੀ ਰੋਬਸਟਨ ਨੇ। ਠੀਕ ਹੈ, ਕਿਹਨੇ ਕਿਹਾ ਸੀ? ਰੋਬਸਟਨ ਨੇ। ਪ੍ਰਸ਼ਨ ਨੰਬਰ 179, 179, ਹੇਠਾਂ ਵਿੱਚੋਂ ਕਿਹੜੀ ਬੇਰੁਜ਼ਗਾਰੀ ਉਤਪਾਦਨ ਤਕਨੀਕ ਬਦਲਣ ਦੇ ਨਾਲ ਸੰਬੰਧਿਤ ਹੈ? ਜਦੋਂ ਉਤਪਾਦਨ ਦੇ ਵਿੱਚ ਤਕਨੀਕ ਬਦਲ ਜੇ ਤਾਂ ਇਹ ਬੇਰੁਜ਼ਗਾਰੀ ਪੈਦਾ ਹੋ ਜਾਂਦੀ ਹੈ। ਤਾਂ ਕਿਹੜੀ ਬੇਰੁਜ਼ਗਾਰੀ ਹੈ ਬੇਟਾ? ਉਹ ਹੈ ਤਕਨੀਕੀ ਬੇਰੁਜ਼ਗਾਰੀ। ਹਾਂਜੀ ਬੇਟਾ, ਨੈਕਸਟ ਪ੍ਰਸ਼ਨ ਹੈ ਸਾਡਾ,
ਹੇਠ ਦਿੱਤਿਆਂ ਵਿੱਚੋਂ ਕਿਹੜਾ ਪੂੰਜੀਗਤ ਪਦਾਰਥ ਨਹੀਂ ਹੈ? ਤਾਂ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਆ ਜਾਏਗੀ? ਭੋਜਨ। ਹਾਂਜੀ ਬੇਟਾ, ਇਸ ਤਰੀਕੇ ਨਾਲ ਆਪਾਂ ਜਿਹੜੇ ਤੁਹਾਡੇ 30 ਪ੍ਰਸ਼ਨ ਹੈਗੇ PSTSC 2019-20 ਦੇ ਉਹ ਹੱਲ ਕੀਤੇ ਹੈਗੇ, ਅਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਪ੍ਰਸ਼ਨ ਹੈਗੇ ਆਉਂਦੇ ਵੀ ਹੋਣੇ, ਅਤੇ ਕੁਝ ਨਾ ਕੁਝ ਤੁਸੀਂ ਇਹਦੇ ਵਿੱਚ ਨਵਾਂ ਵੀ ਸਿੱਖਿਆ ਹੋਏਗਾ ਜਿਹੜਾ ਕਿ ਤੁਹਾਡੀ ਤਿਆਰੀ ਦੇ ਵਿੱਚ ਤੁਹਾਡੀ ਮਦਦ ਕਰੇਗਾ। ਠੀਕ ਹੈ ਬੇਟਾ, ਆਪਾਂ ਜਲਦ ਮਿਲਾਂਗੇ ਨੈਕਸਟ ਟੌਪਿਕ ਦੇ ਨਾਲ। ਠੀਕ ਹੈ, ਤਦ ਤੱਕ ਦੇ ਲਈ ਤੁਸੀਂ ਆਪਣੀ ਜਿਹੜੀ ਤਿਆਰੀ ਹੈਗੀ ਉਸ ਨੂੰ ਵਧੀਆ ਢੰਗ ਦੇ ਨਾਲ ਕਰਦੇ ਰਹੋ। ਠੀਕ ਹੈ ਬੇਟਾ, ਓਕੇ ਜੀ, ਗੁੱਡ ਬਾਏ।